टीवी एनआरआई देख रहे सारे दर्शकों को प्यार भरी सत श्री अकाल ते मैं हाँ तुहाडे नाल हिना कनौजिया। पंजाब 2022 ਦੀਆਂ विधान सभा चोणां विचकार सीएम ਦੀ कुर्सी ਨੂੰ ਲੈ ਕੇ जंग छिड़ी हुई सी। सारी सियासी पार्टियां ਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਗਿਆ, ਪਰ ਇਸ सीएम ਦੀ ਕੁਰਸੀ ਦਾ ਕੌਣ ਹੱਕਦਾਰ ਨਿਕਲਿਆ ਇਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ। ਜੀ ਹਾਂ, ਭਗਵੰਤ ਮਾਨ ਜਿਹੜੇ ਨੇ ਉਹ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣ ਚੁੱਕੇ ਨੇ ਤੇ ਅੱਜ ਆਪਾਂ ਗੱਲ ਕਰਾਂਗੇ ਜਿਨ੍ਹਾਂ ਦੇ ਹੱਥ ਦੇ ਵਿੱਚ ਕੁਰਸੀ ਨਹੀਂ ਆਈ। ਆਪਾਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ। ਜੀ ਹਾਂ, ਜਿਨ੍ਹਾਂ ਦੇ ਹੱਥੋਂ ਹੁਣ ਐਸਜੀਪੀਸੀ ਜਿਹੜੀ ਹੈ ਉਹ ਵੀ ਜਾਂਦੀ हुई नज़र आ रही है। अजिहा साडा कहना नहीं है, जिहो जे सवाल सानू आउंदे ने, जिहो जिहियां ईमेल्स सानू आउंदियां ने, उसे मुद्दे ते असीं गल कर रहे हां। असीं किसी भी पार्टी दे हक दे विच नहीं हां ते अज इसे मुद्दे ते असीं विचार चर्चा करन जा रहे हां। साडे स्टूडियो दे विच मेरे सहयोगी जसपाल सिंह संधू मौजूद ने। तां जसपाल, बहुत बहुत स्वागत है तुहाडा। जी बहुत बहुत धन्यवाद हिना। बिल्कुल जसपाल, अज एक सब तो वड्डा मुद्दा दिल्ली सिख गुरुद्वारा प्रबंधक कमेटी दे वल्लों ऐलान कर दिता गया है अपनी एक वखरी पार्टी बनाउण दा। किवें देखदे हो? ਮੈਨੂੰ ਲੱਗਦਾ हिना कि काफ़ी टाइम पहला हो जाना चाहिए सी, जिद्दां लोग मंग करते आए ने, पर किते ना किते सरकार भी इस दे नाल रली हुई सी कह लईए है ना, क्योंकि रला गोबला चल रहा सीगा काम। बट हुण जिहड़ा उन्हां ने फैसला लै लिया, क्योंकि पहलां मनजिंदर सिंह सिरसा प्रधान आए ने, उस तो पहलां दूसरे प्रधान आए ने, ते किते ना किते वो श्रोमणी अकाली दल दे नाल लिंक रखदे सी। जिहड़े पहलां प्रधान सी, जिहड़ी चोण भी हुंदी सी उहदे श्रोमणी अकाली दल दा ही प्रधान हुंदा सीगा, श्रोमणी अकाली दल दे ही मैंबर हुंदे सी। जिहड़ी कोर कमेटी गुरुद्वारे दी बनदी है उहदे विच भी सारे इन्हां दे मैंबर हुंदे सी। इह तां हो गई दिल्ली सिख गुरुद्वारा प्रबंधक कमेटी दी गल। ਹੁਣ ਆਪਾਂ ਕਰ ਲੈਂਦੇ ਆ ਪੰਜਾਬ ਦੇ ਵਿੱਚ ਐਸਜੀਪੀਸੀ ਦੀ ਗੱਲ। ਉਹਦੇ ਵਿੱਚ ਵੀ ਹੁਣ ਦੇਖ ਲਓ ਜਿਹੜਾ ਪ੍ਰਧਾਨ ਆ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ, ਔਰ ਕਿਹਨੂੰ ਨਿਯੁਕਤ ਕਰਨਾ ਇਹ ਵੀ ਸ਼੍ਰੋਮਣੀ ਅਕਾਲੀ ਦਲ ਦੱਸਦਾ। ਹੁਣ ਇੰਨੇ ਲੋਕ ਜਿਹੜੇ ਨੇ ਉਹ ਮਤਲਬ ਨਿਆਣੇ ਤਾਂ ਹੈ ਨਹੀਂ, ਬੇਸਮਝ ਤਾਂ ਹੈ ਨਹੀਂ, ਉਹਨਾਂ ਨੂੰ ਵੀ ਪਤਾ ਲੱਗਦਾ ਵੀ ਕੀ ਹੋ ਰਿਹਾ ਕੀ ਨਹੀਂ। ਔਰ ਇਹ ਜਿਹੜੀ ਚੀਜ਼ ਕਹਿੰਦੇ ਨੇ ਕਿ ਸਾਫ਼ ਤਰੀਕੇ ਦੇ ਨਾਲ ਨਿਕਲ ਕੇ ਸਾਹਮਣੇ ਆ ਜਾਂਦੀ, ਉਹ ਕਿਤੇ ਨਾ ਕਿਤੇ ਫੈਕਟ ਜਿਹੜੇ ਨਾ ਉਹ ਦਿਖਾਈ ਦਿੰਦੇ ਨੇ। ਹੁਣ ਅੱਜ ਕੱਲ੍ਹ ਤਾਂ ਲੋਕ ਐ ਸਮਝ ਲੈਂਦੇ ਨੇ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਕਿਉਂਕਿ ਜਿਹੜਾ ਗੱਲ ਕਰ ਲੈਂਦੇ ਆ ਜਦੋਂ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਨਹੀਂ ਆਉਂਦੀ ਤਾਂ ਗਿਆਨੀ ਹਰਪ੍ਰੀਤ ਦਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ, ਉਹਨਾਂ ਦਾ ਇੱਕ ਬਿਆਨ ਆਉਂਦਾ ਕਿ ਸ਼ਾਇਦ ਸਿੱਖਾਂ ਨੇ ਆਪਣੇ ਹੱਕਾਂ ਦੇ ਲਈ ਮਤਲਬ ਨਹੀਂ ਖੜੇ ਹੋਏ, ਆਪਣਾ ਆਪ ਹੀ ਘਾਣ ਕਰ ਲਿਆ। ਸੋ ਇੱਥੋਂ ਇਹ ਸਾਬਿਤ ਹੁੰਦਾ ਹੈ ਕਿ ਕਿਤੇ ਨਾ ਕਿਤੇ ਝੁਕਾਅ ਜਿਹੜਾ ਨਾ ਚਾਹੁੰਦੇ ਹੋਏ ਕਹਿ ਲਈਏ ਜਾਂ ਨਜ਼ਰਅੰਦਾਜ਼ ਕਰਕੇ ਕਹਿ ਲਈਏ ਕਿ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੀ ਹੀ ਗੱਲ ਕੀਤੀ ਜਾਂਦੀ ਹੈ। ਪਰ ਜਦੋਂ ਆਮ ਜਨਤਾ ਪੁੱਛਦੀ ਆ ਉਦੋਂ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਵੱਖਰੀ ਹੈ, ਐਸਜੀਪੀਸੀ ਵੱਖਰੀ ਹੈ। ਸੋ ਕਿਤੇ ਨਾ ਕਿਤੇ ਜੋ ਵੀ ਕੰਮ ਹੁੰਦਾ ਉਹ ਸਰਕਾਰ ਦੇ ਦਬਾਅ ਹੇਠ ਹੁੰਦਾ। ਹੁਣ ਦਿੱਲੀ ਦੇ ਵਿੱਚ ਗੱਲ ਕਰ ਲਈਏ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੋਈ ਵੀ ਐਸਾ ਨਹੀਂ ਹੈਗਾ ਮੈਂਬਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਵੇ, ਉਹਨਾਂ ਦੇ ਨਾਲ ਲਿੰਕ ਰੱਖਦਾ ਹੋਵੇ। ਸੋ ਇਸ ਕਰਕੇ ਉਹਨਾਂ ਦਾ ਨਿੱਜੀ ਫੈਸਲਾ ਹੈ ਸ਼੍ਰੋਮਣੀ ਉਹਨਾਂ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿ ਅਸੀਂ ਆਪਣੀ ਕਮੇਟੀ ਬਣਾਉਣੀ ਹੈ, ਨਾ ਕਿ ਕਿਸੇ ਦੇ ਦਬਾਅ ਹੇਠ ਆਣ ਕੇ ਕੰਮ ਕਰਨਾ। ਸੋ ਉਹਨਾਂ ਇੱਕ ਵਧੀਆ ਫੈਸਲਾ ਲਿਆ। ਉਹ ਚਾਹੁੰਦੇ ਨੇ ਕਿ ਅਸੀਂ ਆਪਣੇ ਧਾਰਮਿਕ ਜਿੰਨੇ ਵੀ ਇਤਿਹਾਸਿਕ ਫੈਸਲੇ ਨੇ ਉਹ ਅਸੀਂ ਆਪ ਕਰ ਸਕੀਏ, ਨਾ ਕਿ ਕਿਸੇ ਦੇ ਦਬਾਅ ਹੇਠ ਆਣ ਕੇ ਕਰ ਸਕੀਏ। ਬਿਲਕੁਲ ਜਸਪਾਲ, ਮੇਰਾ ਸਵਾਲ ਤੁਹਾਡੇ ਤੋਂ ਹੁਣ ਇਹ ਹੈ ਕਿ ਐਸਜੀਪੀਸੀ ਜਿਹੜੀ ਹੈ ਉਹ ਸਿਆਸੀ ਲੀਡਰਾਂ ਦੇ ਨਾਲ ਵਿਤਕਰਾ ਕਰ ਰਹੀ ਹੈ ਕਿਤੇ ਨਾ ਕਿਤੇ, ਕਿਉਂਕਿ ਬੀਤੇ ਦਿਨਾਂ ਦੀ ਜੇਕਰ ਗੱਲ ਕਰੀਏ ਜਦੋਂ ਭਗਵੰਤ ਮਾਨ ਜਿਹੜੇ ਨੇ ਉਹ ਨਤਮਸਤਕ ਹੋਣ ਜਾਂਦੇ ਨੇ ਦਰਬਾਰ ਸਾਹਿਬ, ਉੱਥੋਂ ਦੀ ਇੱਕ ਫੁਟੇਜ ਸਾਹਮਣੇ ਆਈ ਸੀਗੀ, ਪੁਰਾਣੀ ਫੁਟੇਜ ਵੀ ਸਾਹਮਣੇ ਆਈ, ਰਾਹੁਲ ਗਾਂਧੀ ਦੀ ਵੀ ਇੱਕ ਫੁਟੇਜ ਸਾਹਮਣੇ ਆਈ, ਜਿਸ ਦੇ ਵਿੱਚ ਇਹ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਭਗਵੰਤ ਮਾਨ ਨੂੰ ਸਿਰੋਪਾ ਪਾ ਕੇ ਸਨਮਾਨਿਤ ਨਹੀਂ ਕੀਤਾ ਗਿਆ। ਰਾਹੁਲ ਗਾਂਧੀ ਪਹੁੰਚੇ, ਉਹਨਾਂ ਨੂੰ ਸਿਰੋਪਾ ਪਾ ਕੇ ਸਨਮਾਨਿਤ ਨਹੀਂ ਕੀਤਾ ਗਿਆ। ਉੱਥੇ ਹੀ ਜੇਕਰ ਆਪਾਂ ਗੱਲ ਕਰੀਏ ਭਗਵੰਤ ਮਾਨ ਦੀ, ਉਹਨਾਂ ਨੂੰ ਵੀ ਨਹੀਂ ਕੀਤਾ ਗਿਆ ਸੀ। ਪਰ ਫੁਟੇਜ ਇੱਕ ਸਾਹਮਣੇ ਆਈ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਦੋਂ ਵੀ ਉੱਥੇ ਪਹੁੰਚੇ, ਜਾਂ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸੀਗੇ, ਜਦੋਂ ਵੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚਦੇ ਸੀਗੇ ਤਾਂ ਉਹਨਾਂ ਨੂੰ ਸਿਰੋਪਾ ਖਾਸ ਤੌਰ ਤੇ ਪਹਿਨਾਇਆ ਜਾਂਦਾ ਸੀ ਤੇ ਸਨਮਾਨ ਕੀਤਾ ਜਾਂਦਾ ਸੀ। ਜਿਸ ਤੋਂ ਬਾਅਦ ਲੋਕਾਂ ਨੇ ਮੁੱਦਾ ਚੁੱਕਿਆ ਕਿ ਆਖਿਰ ਭਗਵੰਤ ਮਾਨ ਨੂੰ ਸਿਰੋਪਾ ਕਿਉਂ ਨਹੀਂ, ਰਾਹੁਲ ਗਾਂਧੀ ਨੂੰ ਸਿਰੋਪਾ ਕਿਉਂ ਨਹੀਂ, ਸਿਰਫ ਬਾਦਲਾਂ ਦੇ ਪਰਿਵਾਰ ਨੂੰ ਹੀ ਸਿਰੋਪਾ ਪਾ ਕੇ ਸਨਮਾਨਿਤ ਕਿਉਂ ਕੀਤਾ ਜਾਂਦਾ ਹੈ? ਜੀ ਹਿਨਾ, ਬਿਲਕੁਲ ਠੀਕ ਹੈ ਸਵਾਲ ਤੁਹਾਡਾ। ਅਸੀਂ ਜੋ ਵੀ ਜਾਂ ਮੇਰੇ ਸਹਿਯੋਗੀ ਪੱਤਰਕਾਰ ਜੋ ਵੀ ਗੱਲ ਕਰਦੇ ਨੇ ਉਹ ਬਿਲਕੁਲ ਫੈਕਟ ਦੇ ਤੌਰ ਤੇ ਆ, ਔਰ ਪਿੱਛੇ ਸਾਡੇ ਕੋਲ ਸਬੂਤ ਵੀ ਪਏ ਹੋਏ ਨੇ। ਜੋ ਕੁਝ ਵੀ ਵਾਪਰਦਾ ਹੈ, ਜਿੰਨਾ ਘਟਨਾਵਾਂ ਨੂੰ ਲੈ ਕੇ ਅਸੀਂ ਚਰਚਾ ਕਰਦੇ ਨੇ, ਬਕਾਇਦਾ ਸਾਡੇ ਕੋਲ ਸਬੂਤ ਹੈ, ਔਰ ਬਹੁਤ ਸਾਰੇ ਲੋਕ ਇਸ ਤੇ ਚਾਹੁੰਦੇ ਨੇ ਕਿ ਇਸ ਤੇ ਚਰਚਾ ਹੋਵੇ। ਜਿਹੜਾ ਸੱਚ ਹੈ
ਉਹ ਅੱਗੇ ਨਿਕਲ ਕੇ ਸਾਹਮਣੇ ਆਵੇ, ਹਰੇਕ ਹਿੱਤ ਦੀ ਗੱਲ ਹੋਵੇ। ਤਾਂ ਜਿੱਦਾਂ ਮੇਰੇ ਸਹਿਯੋਗੀ ਪੱਤਰਕਾਰ ਨੇ ਦੱਸਿਆ ਕਿ ਭਗਵੰਤ ਮਾਨ ਉੱਥੇ ਜਾਂਦੇ ਨਹੀਂ, ਉਹਨਾਂ ਦੇ ਨਾਲ ਪੱਖਪਾਤ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਸਰੋਪਾ ਉਹ ਭੇਟ ਨਹੀਂ ਹੁੰਦਾ। ਸੋ ਪਹਿਲਾਂ ਗੱਲ ਕਰ ਲੈਂਦੇ ਆ, ਜਦੋਂ ਨਰਿੰਦਰ ਮੋਦੀ ਆਉਂਦੇ ਨੇ, ਨਾਲ ਪ੍ਰਕਾਸ਼ ਸਿੰਘ ਬਾਦਲ ਹੁੰਦੇ ਨੇ, ਨਾਲ ਸੁਖਬੀਰ ਬਾਦਲ ਹੁੰਦੇ ਨੇ, ਔਰ ਤਿੰਨਾਂ ਨੂੰ ਹੀ ਸਰੋਪਾ ਜਿਹੜਾ ਉਹ ਭੇਟ ਕੀਤਾ ਜਾਂਦਾ, ਠੀਕ ਹੈ, ਉਹਨਾਂ ਨੂੰ ਸਰੋਪਾ ਉਹ ਪਾਇਆ ਜਾਂਦਾ ਉੱਥੋਂ ਦੇ ਜਿੰਨੇ ਵੀ ਪ੍ਰਬੰਧਕ ਹੈਗੇ ਨੇ। ਉਸ ਤੋਂ ਬਾਅਦ ਗੱਲ ਕਰ ਲਈਏ ਜੇ ਬਿਕਰਮਜੀਤ ਮਜੀਠੀਆ ਜਾਂਦੇ ਨੇ ਜਾਂ ਉਹਨਾਂ ਦੇ ਨਾਲ ਹਰਸਿਮਰਤ ਬਾਦਲ ਜਾਂਦੇ ਨੇ, ਉਹਨਾਂ ਨੂੰ ਵੀ ਕੀਤਾ ਜਾਂਦਾ ਹੈ, ਠੀਕ ਹੈ। ਹੋਰ ਜਿੰਨੀਆਂ ਵੀ ਵੱਖ-ਵੱਖ ਪਾਰਟੀਆਂ ਦੀਆਂ ਸ਼ਖਸੀਅਤਾਂ ਜਾਂਦੀਆਂ ਨੇ, ਭਾਵੇਂ ਕਾਂਗਰਸ ਦੀ ਗੱਲ ਕਰ ਲਈਏ, ਉਹਨਾਂ ਨੂੰ ਵੀ ਸਰੋਪਾ ਉਹ ਭੇਟ ਕੀਤਾ ਜਾਂਦਾ। ਔਰ ਹੁਣ ਜਿਹੜਾ ਵੀਡੀਓ ਨਿਕਲ ਕੇ ਸਾਹਮਣੇ ਆਈ ਆ, ਤਸਵੀਰ ਨਿਕਲ ਕੇ ਸਾਹਮਣੇ ਆਈ ਆ, ਜਿਹਦੇ ਵਿੱਚ ਸੀਐਮ ਜਦੋਂ ਐਲਾਨ ਦਿੱਤੇ ਜਾਂਦੇ ਨੇ, ਸਹੁੰ ਚੁੱਕਣ ਤੋਂ ਪਹਿਲਾਂ ਦਰਬਾਰ ਸਾਹਿਬ ਜਾ ਕੇ ਨਤਮਸਤਕ ਹੁੰਦੇ ਨੇ, ਨਾਲ ਅਰਵਿੰਦ ਕੇਜਰੀਵਾਲ ਨੇ, ਔਰ ਨਾਲ ਉਹਨਾਂ ਦੇ ਦਿੱਲੀ ਦੇ ਉਪ ਮੁੱਖ ਮੰਤਰੀ ਵੀ ਮਨੀਸ਼ ਸਿਸੋਦੀਆ ਵੀ ਹੁੰਦੇ ਨੇ। ਸੋ ਉੱਥੇ ਕੀ ਹੋ ਰਿਹਾ, ਜਿਹੜੀ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਕਿ ਉਹਦੇ ਵਿੱਚ ਭਗਵੰਤ ਮਾਨ ਦੇ ਨਾਲ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਪੱਖਪਾਤ ਕੀਤਾ ਗਿਆ, ਉਹਨਾਂ ਨੂੰ ਸਰੋਪਾ ਉਹ ਭੇਟ ਨਹੀਂ ਕੀਤਾ ਗਿਆ। ਔਰ ਇਹ ਅਸੀਂ ਕੋਈ ਆਪਣੇ ਕੋਲੋਂ ਮਨਘੜਤ ਗੱਲ ਤਾਂ ਕਹਿ ਨਹੀਂ ਰਹੇ, ਜੋ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਉਹਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਕਿਤੇ ਨਾ ਕਿਤੇ ਇਹ ਹੋਇਆ। ਔਰ ਐਸਜੀਪੀਸੀ ਕਹਿੰਦੀ ਹੈ ਕਿ ਅਸੀਂ ਸਾਰੇ ਧਰਮਾਂ ਦਾ ਸਨਮਾਨ ਕਰਦੇ, ਸਾਡਾ ਕੰਮ ਹੈ ਸਿਰਫ ਜਿੰਨੀਆਂ ਵੀ ਧਾਰਮਿਕ ਮੁੱਦੇ ਜੁੜੇ ਹੋਏ ਨੇ ਉਹਨਾਂ ਨੂੰ ਸੁਲਝਾਉਣਾ, ਜਿਹੜਾ ਇੱਥੇ ਆਉਂਦਾ ਹੈ ਜਿੰਨੀਆਂ ਵੀ ਪਾਰਟੀਆਂ ਉਹਨਾਂ ਦਾ ਮਾਣ ਸਨਮਾਨ ਕਰਨਾ। ਪਰ ਕਿਤੇ ਨਾ ਕਿਤੇ ਫਿਰ ਇਹ ਪੱਖਪਾਤ ਕਿਉਂ ਨਿਕਲ ਕੇ ਸਾਹਮਣੇ ਆ ਰਿਹਾ? ਤਸਵੀਰਾਂ ਬਿਆਨ ਕਰ ਰਹੀਆਂ, ਅਸੀਂ ਤਾਂ ਚਲੋ ਬੋਲ ਰਹੇ ਹਾਂ, ਤਸਵੀਰਾਂ ਖੁਦ ਬਿਆਨ ਕਰ ਰਹੀਆਂ ਕਿ ਕਿਤੇ ਨਾ ਕਿਤੇ ਪੱਖਪਾਤ ਤਾਂ ਹੋਇਆ। ਔਰ ਸਾਡੇ ਨਾਲੋਂ ਤਾਂ ਲੋਕ ਵੱਧ ਸਿਆਣੇ ਨੇ, ਅੱਜ ਤਾਂ ਝੱਟ ਸਭ ਕੁਝ ਨੈਟ ਤੇ ਸੋਸ਼ਲ ਮੀਡੀਆ ਤੇ ਉਹ ਵਾਇਰਲ ਹੁੰਦਾ ਕੋਈ ਵੀ ਨਿੱਕੀ ਜਿੰਨੀ ਗੱਲ। ਸੋ ਉਹਨਾਂ ਨੇ ਨੋਟਿਸ ਕੀਤਾ ਕਿ ਇਹ ਪੱਖਪਾਤ ਹੋਇਆ ਹੈ, ਭਗਵੰਤ ਮਾਨ ਨੂੰ ਸਰੋਪਾ ਉਹ ਭੇਟ ਨਹੀਂ ਕੀਤਾ ਗਿਆ, ਜਦ ਕਿ ਸੁਖਬੀਰ ਬਾਦਲ ਜਾਵੇ ਉਹਨਾਂ ਨੂੰ ਮਿਲਦਾ, ਪ੍ਰਕਾਸ਼ ਸਿੰਘ ਬਾਦਲ ਜਾਵੇ ਉਹਨਾਂ ਨੂੰ ਮਿਲਦਾ, ਕੋਈ ਉਹਨਾਂ ਦਾ ਬਿਕਰਮਜੀਤ ਮਜੀਠੀਆ ਜਾਵੇ ਉਹਨਾਂ ਨੂੰ ਸਰੋਪਾ ਮਿਲਦਾ, ਨਰਿੰਦਰ ਮੋਦੀ ਹੁਣ ਉਹਨਾਂ ਨੂੰ ਮਿਲਦਾ। ਤਾਂ ਹੁਣ ਜਿਹੜਾ ਪੰਜਾਬ ਦਾ ਸੀਐਮ ਬਣਿਆ ਸੀ, ਫਿਰ ਉਹਦੇ ਵਰੀ ਪੱਖਪਾਤ ਕਿਉਂ? ਬਿਲਕੁਲ ਜਸਪਾਲ, ਤੁਸੀਂ ਬਿਲਕੁਲ ਸਹੀ ਕਿਹਾ ਕਿ ਪੱਖਪਾਤ ਕਿਤੇ ਨਾ ਕਿਤੇ ਹੋ ਰਿਹਾ ਹੈ, ਕਿਉਂਕਿ ਐਸਜੀਪੀਸੀ ਦੀ ਸਿਰਜਣਾ ਹੀ ਇਸੇ ਕਰਕੇ ਹੋਈ ਸੀ ਕਿ ਉਹ ਸਿੱਖ ਧਰਮ ਦੀ ਦੇਖਰੇਖ ਕਰੇ। ਗੁਰਦੁਆਰੇ ਦੇ ਵਿੱਚ ਜਿਹੜੇ ਕੋਈ ਵੀ ਸ਼ਖਸੀਅਤ ਆ ਰਹੀ ਹੈ, ਕੋਈ ਵੀ ਲੀਡਰ ਆ ਰਿਹਾ ਹੈ, ਉਸ ਨੂੰ ਸਨਮਾਨਿਤ ਕੀਤਾ ਜਾਵੇ। ਤੇ ਇਸ ਦੇ ਨਾਲ ਹੀ ਇਸ ਵਾਸਤੇ ਵੀ ਸਿਰਜਣਾ ਹੋਈ ਸੀ ਕਿ ਸਾਰੇ ਗੁਰਦੁਆਰਿਆਂ ਦੀ ਦੇਖ ਰੇਖ ਜਿਹੜੀ ਹੈ ਉਹ ਐਸਜੀਪੀਸੀ ਕਰੇਗੀ। ਪਰ ਕਿਤੇ ਨਾ ਕਿਤੇ ਹੁਣ ਆਪਣੇ ਕਹਿ ਸਕਦੇ ਹਾਂ ਕਿ ਕੰਮ ਤੋਂ ਆਪਣੇ ਕਹਿ ਸਕਦੇ ਹਾਂ ਕਿ ਉਹਦੇ ਤੋਂ ਭਟਕਦੇ ਹੋਏ ਨਜ਼ਰ ਆ ਰਹੀ ਹੈ ਐਸਜੀਪੀਸੀ। ਝੁਕਾਓ ਜਿਹੜਾ ਹੈ ਉਹ ਅਕਾਲੀ ਦਲ ਨੂੰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿਉਂ ਹੋ ਰਿਹਾ ਹੈ ਝੁਕਾਅ ਸ਼੍ਰੋਮਣੀ ਅਕਾਲੀ ਦਲ ਵੱਲ ਨੂੰ? ਕਿਉਂਕਿ ਮੈਂ ਗੱਲ ਕਰ ਲਵਾਂ ਤਾਂ ਪ੍ਰਧਾਨ ਉਹਨਾਂ ਦੇ ਨੇ, ਠੀਕ ਹੈ। ਜੇ ਬੀਬੀ ਜਗੀਰ ਕੌਰ ਨੇ, ਉਹ ਐਸਜੀਪੀਸੀ ਦੇ ਵਿੱਚ ਪਹਿਲਾਂ ਪ੍ਰਧਾਨ ਰਹਿ ਚੁੱਕੇ ਨੇ ਤੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਚੋਣ ਲੜ ਕੇ ਗਏ ਨੇ, ਹਾਲਾਂਕਿ ਹਾਰ ਹੋਈ ਹੈ, ਠੀਕ ਹੈ। ਜੇ ਪਹਿਲਾਂ ਲੌਂਗੋਵਾਲ ਦੀ ਗੱਲ ਕਰ ਲਈਏ ਤਾਂ ਉਹ ਵੀ ਉਹਦੇ ਨਾਲ ਸ਼੍ਰੋਮਣੀ ਕਮੇਟੀ ਦੇ ਨਾਲ ਹੀ ਰੱਖਦੇ ਸੀਗੇ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀਗੇ, ਉਹਨਾਂ ਨੂੰ ਪ੍ਰਧਾਨ ਲਾ ਦਿੱਤਾ ਗਿਆ। ਔਰ ਜਿੰਨੇ ਵੀ ਕੋਰ ਕਮੇਟੀ ਦੇ ਮੈਂਬਰ ਨੇ ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੇ। ਔਰ ਫਿਰ ਇਹ ਕਿੱਥੋਂ ਨਾ ਸਿੱਧ ਹੋਵੇ ਕਿ ਜਿਹੜਾ ਝੁਕਾਇਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਹੀਂ ਹੈਗਾ? ਹਟ ਕਿੱਦਾਂ ਸਕਦਾ ਹੈ ਝੁਕਾਅ? ਕੰਮ ਕਿੱਦਾਂ ਹੋਊਗਾ ਹੁਣ? ਇਹ ਦੇਖੋ, ਇੱਕ ਤਾਂ ਇਹ ਲੋਕੀ ਦੋ ਚੀਜ਼ਾਂ ਦੀ ਮੰਗ ਕਰ ਰਹੇ ਨੇ, ਠੀਕ ਹੈ। ਜਾਂ ਤਾਂ ਉਹ ਕਹਿ ਰਹੇ ਨੇ ਕਿ ਇਹਨੂੰ ਐਸਜੀਪੀਸੀ ਨੂੰ ਨਿਰਪੱਖ ਦੁਬਾਰਾ ਇਹਦੀ ਪ੍ਰਧਾਨ ਦੀ ਚੋਣ ਕੀਤੀ ਜਾਵੇ, ਔਰ ਦੁਬਾਰਾ ਜਿਹੜੇ ਕੋਰ ਕਮੇਟੀ ਦੇ ਮੈਂਬਰ ਨੇ ਉਹਨਾਂ ਦੀ ਦੁਬਾਰਾ ਚੋਣ ਕੀਤੀ ਜਾਵੇ। ਔਰ ਦੂਸਰਾ ਪੱਖ ਉਹ ਇਹ ਰੱਖਦੇ ਨੇ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਇਹਨਾਂ ਦੇ ਉੱਪਰ ਜਿਹੜੀ ਕਮਾਂਡ ਹੈ, ਜਿਹੜਾ ਕਬਜ਼ਾ ਹੈ, ਉਹਨੂੰ ਸਿੱਧੇ ਤੌਰ ਤੇ ਹਟਾ ਦਿੱਤਾ ਜਾਵੇ। ਸੋ ਇਹ ਦੋ ਜਿਹੜੇ ਲੋਕਾਂ ਦੇ ਵੱਲੋਂ ਰੱਖੇ ਗਏ ਨੇ, ਪੱਖ ਰੱਖੇ ਗਏ ਨੇ ਕਿ ਦੋ ਚੀਜ਼ਾਂ ਦੀ ਮੰਗ ਜਿਹੜੀ ਹੈ ਭਗਵੰਤ ਮਾਨ ਦੇ ਕੋਲੋਂ ਕੀਤੀ ਜਾ ਰਹੀ ਹੈ। ਔਰ ਹਿਨਾ ਮੈਂ ਇੱਕ ਗੱਲ ਇੱਥੇ ਇਹ ਵੀ ਕਹਿਣਾ ਚਾਹਾਂਗਾ ਕਿ ਜਿਹੜੇ ਹੁਣ ਸੀਐਮ ਨੇ ਭਗਵੰਤ ਮਾਨ, ਉਹਨਾਂ ਦੇ ਵੱਲੋਂ ਵੀ ਸਾਫ਼ ਆਪਣੇ ਪ੍ਰਚਾਰ ਦੇ ਵਿੱਚ ਕਿਹਾ ਜਾਂਦਾ ਸੀਗਾ, ਜਿੱਥੇ ਵੀ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਜਾਂਦਾ ਸੀ ਕਿ ਇਹਨਾਂ ਦਾ ਕਬਜ਼ਾ ਕੀਤਾ ਹੋਇਆ, ਸ਼੍ਰੋਮਣੀ ਅਕਾਲੀ ਦਲ ਨੇ ਐਸਜੀਪੀਸੀ ਤੇ ਕਬਜ਼ਾ ਕੀਤਾ ਹੋਇਆ, ਗੁਰੂ ਘਰ ਦੀਆਂ ਗੋਲਕਾਂ ਤੇ ਕਬਜ਼ਾ ਕੀਤਾ ਹੋਇਆ। ਸੋ ਮੈਨੂੰ ਲੱਗਦਾ ਕਿ ਜਲਦੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਐਕਸ਼ਨ ਲੈਣਗੇ। ਬਿਲਕੁਲ, ਆਮ ਆਦਮੀ ਪਾਰਟੀ ਦੀ ਸਰਕਾਰ ਜਸਪਾਲ ਆ ਗਈ ਹੈ, ਭਗਵੰਤ ਮਾਨ ਸੀਐਮ ਬਣ ਗਏ ਨੇ, ਤੇ ਹੁਣ ਕਿਤੇ ਨਾ ਕਿਤੇ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਯਾਨੀ ਕਿ ਬਾਦਲਾਂ ਦੇ ਹੱਥੋਂ ਐਸਜੀਪੀਸੀ ਜਿਹੜੀ ਹੈ ਉਹ ਚਲੀ ਜਾਵੇਗੀ। ਬਿਲਕੁਲ, ਮੈਂ ਇਹਦੇ ਵਿੱਚ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ ਕਿ ਅਸੀਂ ਜੋ ਵੀ ਕਹਿ ਰਹੇ ਹਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਜੇ ਭੇਦਭਾਵ ਕੀਤਾ ਗਿਆ ਹੈ, ਪੱਖਪਾਤ ਹੋਇਆ ਹੈ, ਤਾਂ ਵੀ ਥੱਲੇ ਆਪਣੀ ਰਾਏ ਜ਼ਰੂਰ ਦੇਣੀ ਹੈ। ਜੇ ਨਹੀਂ ਹੋਇਆ ਹਾਂ ਨਾ, ਔਰ ਜੋ ਇਹ ਸਹੀ ਹੋਇਆ ਜਾਂ ਗਲਤ ਹੋਇਆ, ਆਪਣੀ ਰਾਏ ਜ਼ਰੂਰ ਦੇ ਦਿਓ, ਕਿਉਂਕਿ ਤੁਹਾਡੀ ਹੀ ਰਾਏ ਤੇ ਅਸੀਂ ਚਰਚਾ ਕਰਦੇ ਹਾਂ।
ਔਰ ਤੁਹਾਡੀ ਹੀ ਰਾਏ ਜਦੋਂ ਅਸੀਂ ਲੀਡਰਾਂ ਦੇ ਵਿੱਚ ਵਿਚਰਦੇ ਹਾਂ ਤਾਂ ਤੁਹਾਡੇ ਹੀ ਸਵਾਲ ਅਸੀਂ ਉਹਨਾਂ ਤੱਕ ਲੈ ਕੇ ਜਾਂਦੇ ਹਾਂ ਵੀ ਆਹ ਲੋਕ ਪੰਜਾਬ ਦੇ ਲੋਕ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਹੋਏ ਆਹ ਮੰਗ ਕਰਦੇ ਨੇ। ਸੋ ਆਪਣੀ ਰਾਏ ਜ਼ਰੂਰ ਦੇ ਦਿਆ ਕਰੋ ਇਹੋ ਜਿਹੇ ਮਸਲਿਆਂ ਤੇ ਜੋ ਵੀ ਤੁਹਾਡੇ ਜ਼ਿਹਨ ਦੇ ਵਿੱਚ ਆ ਰਿਹਾ, ਜੋ ਵੀ ਤੁਸੀਂ ਅਬਜ਼ਰਵ ਕਰ ਰਹੇ ਹੋ, ਕਿਉਂਕਿ ਤੁਸੀਂ ਜ਼ਿਆਦਾ ਦੇਖ ਰਹੇ ਹੋ ਕਿ ਅਸਲ ਦੇ ਵਿੱਚ ਹੋ ਕੀ ਰਿਹਾ। SGPC ਤੇ ਵਾਕਿਆ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੈ ਜਾਂ ਅਸੀਂ ਐਵੇਂ ਝੂਠ ਬੋਲ ਰਹੇ ਹਾਂ? ਤੁਸੀਂ ਆਪਣੀ ਰਾਏ ਜ਼ਰੂਰ ਦੇਣੀ ਆ ਨੀਚੇ ਕਮੈਂਟ ਦੇ ਵਿੱਚ। ਬਿਲਕੁਲ, ਜਸਪਾਲ ਨੇ ਬਿਲਕੁਲ ਸਹੀ ਕਿਹਾ। ਸਾਡੇ ਦਰਸ਼ਕਾਂ ਦੀ ਰਾਏ ਸਾਡੇ ਲਈ ਬੇਹੱਦ ਹੀ ਅਹਿਮ ਹੈ। ਤਾਂ ਜਸਪਾਲ, ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ, ਉਹਨਾਂ ਨੂੰ ਪੰਜਾਬ ਦੇ CM ਦੀ ਕੁਰਸੀ ਤਾਂ ਨਹੀਂ ਮਿਲੀ। ਬਹੁਤ ਹੀ ਘੱਟ ਸੀਟਾਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਹਾਸਿਲ ਕੀਤੀਆਂ ਗਈਆਂ। ਪਹਿਲਾਂ ਸਰਵੇ ਦੇ ਵਿੱਚ ਅਜਿਹਾ ਦਿਖਾਇਆ ਜਾ ਰਿਹਾ ਸੀ ਕਿ ਅਕਾਲੀ ਦਲ ਜਿਹੜੀ ਹੈ ਉਹ ਅੱਗੇ ਆ ਸਕਦੀ ਹੈ ਕਿਤੇ ਨਾ ਕਿਤੇ। ਲੋਕਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਸੀ ਕਿ ਅਕਾਲੀ ਦਲ ਦੀ ਸਰਕਾਰ ਬਣਨ ਦੇ ਆਸਾਰ ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ। ਅਕਾਲੀ ਦਲ ਦੇ ਵੱਲੋਂ ਵੀ ਕਿਹਾ ਜਾ ਰਿਹਾ ਸੀ ਕਿ ਸਾਡੀ ਸਰਕਾਰ ਇਸ ਵਾਰ ਆ ਕੇ ਹੀ ਰਹੇਗੀ। ਕਿਵੇਂ ਦੇਖਦੇ ਹੋ? ਹੁਣ ਸਰਕਾਰ ਤਾਂ ਹੈਗੀ ਨਹੀਂ, ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਭਗਵੰਤ ਮਾਨ CM ਬਣ ਗਏ ਨੇ। ਜੇਕਰ ਇਹਨਾਂ ਦੇ ਹੱਥੋਂ SGPC ਚੱਲੀ ਵੀ ਜਾਂਦੀ ਹੈ, SGPC ਆਪਣਾ ਵੱਖਰਾ ਰਹਿ ਕੇ ਸ਼੍ਰੋਮਣੀ ਅਕਾਲੀ ਦਲ ਤੋਂ ਉਹ ਸਾਰੇ ਕੰਮ ਕਰੇਗੀ ਜਿਸ ਵਾਸਤੇ SGPC ਦੀ ਸਿਰਜਣਾ ਹੋਈ ਸੀਗੀ। ਬਿਲਕੁਲ ਹਿਨਾ, ਕੰਮ ਕਰਨਾ ਬਣਦਾ ਵੀ ਹੈ। ਅਸਲ ਦੇ ਵਿੱਚ SGPC ਕੀ ਹੈ ਕਿ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ, ਜਿੰਨੇ ਵੀ ਸਿੱਖ ਧਾਰਮਿਕ ਦੇ ਨਾਲ ਜੁੜੀਆਂ ਹੋਈਆਂ ਕੋਈ ਵੀ ਸਥਾਨ ਹੈ, ਕੋਈ ਵੀ ਕਹਿ ਲਓ ਕਿ ਕੋਈ ਵੀ ਚੀਜ਼ ਹੈ ਜਿਹੜੀ ਸਿੱਖ ਧਰਮ ਦੇ ਨਾਲ ਜੁੜੀ ਹੋਈ, ਉਹਨਾਂ ਦੀ ਦੇਖ ਰੇਖ ਕਿਵੇਂ ਕਰਨੀ ਹੈ, ਉਹਨਾਂ ਨੂੰ ਚਲਾਉਣਾ ਕਿਵੇਂ ਹੈ, ਉਹਨਾਂ ਦੇ ਪ੍ਰਬੰਧਾਂ ਦੇ ਨਾਲ ਜੁੜੀ ਹੋਈ ਹੈ। ਜੇ ਗੱਲ ਕਰ ਲਈ ਤਾਂ ਪੋਲੀਟੀਕਲੀ ਤਾਂ ਕਨੈਕਸ਼ਨ ਹੀ ਨਹੀਂ ਬਣਦਾ, ਕਿਉਂਕਿ ਆਪਾਂ ਗੁਰਦੁਆਰਾ ਸਾਹਿਬ ਦੀ ਗੱਲ ਕਰ ਰਹੇ ਹਾਂ, ਠੀਕ ਹੈ, ਉਹਨਾਂ ਦੇ ਨਾਲ ਪੋਲੀਟੀਕਲ ਪਾਰਟੀ ਤਾਂ ਜੁੜਨੀ ਹੀ ਨਹੀਂ ਚਾਹੀਦੀ। ਤੁਹਾਡੇ ਕੋਲ ਸਿਰਫ ਇੱਕ ਕੰਮ ਹੈ, ਤੁਸੀਂ ਗੁਰਦੁਆਰੇ ਸਾਰੇ ਜਿੰਨੇ ਪੰਜਾਬ ਦੇ ਵਿੱਚ ਗੁਰਦੁਆਰੇ ਨੇ ਉਹਨਾਂ ਦੀ ਦੇਖ ਰੇਖ ਕਰਨੀ ਹੈ, ਉਹਨਾਂ ਦੇ ਪ੍ਰਬੰਧਾਂ ਦਾ ਧਿਆਨ ਰੱਖਣਾ ਹੈ ਔਰ ਆਪਣੇ ਸਿੱਖ ਇਤਿਹਾਸ ਦੇ ਨਾਲ ਜੁੜੇ ਮੁੱਦਿਆਂ ਦੇ ਉੱਪਰ ਵਿਚਾਰ ਚਰਚਾ ਕਰਨੀ ਹੈ ਕਿ ਅਸਲ ਪੰਜਾਬ ਦੇ ਵਿੱਚ ਅਸੀਂ ਕਿਵੇਂ ਆਪਣੇ ਸਿੱਖ ਇਤਿਹਾਸ ਨੂੰ ਸਹੀ ਤਰੀਕੇ ਦੇ ਨਾਲ ਰੱਖ ਸਕੀਏ, ਕਿਵੇਂ ਅਸੀਂ ਆਪਣੇ ਗੁਰਦੁਆਰਿਆਂ ਨੂੰ ਸਹੀ ਰੱਖ ਸਕਦੇ ਹਾਂ, ਪ੍ਰਬੰਧ ਕਿਵੇਂ ਦੇ ਨੇ। ਸੋ ਇਹਦੇ ਨਾਲ ਤਾਂ ਮੇਰੇ ਹਿਸਾਬ ਦੇ ਨਾਲ ਨਹੀਂ ਕਿ ਕੋਈ ਵੀ ਪੋਲੀਟੀਕਲ ਸਬੰਧ ਹੋਣਾ ਚਾਹੀਦਾ ਕਿ ਇਸ ਪਾਰਟੀ ਨੂੰ SGPC ਨੂੰ ਕੋਈ ਸਰਕਾਰ ਚਲਾਵੇ, ਕਿਉਂਕਿ ਉਹਨਾਂ ਦਾ ਆਪਣਾ ਕੰਮ ਹੈ। ਜਿਹੜੀ SGPC ਉਹਨਾਂ ਦਾ ਧਰਮ ਬਣ ਚੁੱਕਾ ਹੈ, ਉਹਨਾਂ ਦਾ ਕੰਮ ਹੈ, ਕਰਤੱਵ ਹੈ ਕਿ ਉਹ ਆਪਣੇ ਇਸ ਕਰਤੱਵ ਦੀ ਪਾਲਣਾ ਕਰਨ ਔਰ ਠੀਕ ਠਾਕ ਆਪਣੀ ਜ਼ਿੰਮੇਵਾਰੀ ਨਿਭਾਉਣ। ਕਿਉਂਕਿ ਇੱਕ ਜਦੋਂ ਪੋਲੀਟੀਕਲ ਪਾਰਟੀ ਨਾਲ ਜੁੜਦੀ ਹੈ ਤਾਂ ਉਹਨਾਂ ਦਾ ਹੱਕ ਹੋ ਜਾਂਦਾ। ਇੱਕ ਤਾਂ ਦੇਖੋ 2-4 ਲਾਸ ਹੁੰਦੇ ਨੇ, ਇੱਕ ਤਾਂ ਜਿਹੜਾ ਖਜ਼ਾਨਾ ਹੁੰਦਾ ਹੈ ਗੁਰਦੁਆਰਿਆਂ ਦਾ ਉਹ ਵੀ ਪਾਰਟੀ ਦੇ ਕੋਲ ਚਲਾ ਜਾਂਦਾ, ਠੀਕ ਹੈ, ਕਬਜ਼ਾ ਹੋ ਜਾਂਦਾ। ਉਹ ਸਾਫ਼ ਤੌਰ ਤੇ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਗੋਲਕਾ ਤੇ ਕਬਜ਼ਾ ਇਹਨਾਂ ਕੋਲੋਂ ਪਹਿਲਾਂ ਉਹ ਛਡਾਓ ਕਿਉਂਕਿ ਇਹਨਾਂ ਬਹੁਤ ਪੈਸਾ ਖਾਦਾ ਹੋਇਆ, ਠੀਕ ਹੈ। ਉਹ ਜਿਹੜਾ ਪੈਸਾ ਹੈ ਉਹ SGPC ਦੀ ਜ਼ਿੰਮੇਵਾਰੀ ਹੈ ਕਿ ਅਸੀਂ ਅੱਗੇ ਪ੍ਰਬੰਧਾਂ ਦੇ ਵਾਸਤੇ ਕਿਵੇਂ ਜਾਂ ਉਸਾਰੀ ਦੇ ਵਾਸਤੇ ਕਿਵੇਂ ਲਗਾਉਣਾ, ਠੀਕ ਹੈ। ਪੋਲੀਟੀਕਲ ਤਾਂ ਕੋਈ ਕਨੈਕਸ਼ਨ ਰਹਿ ਹੀ ਨਹੀਂ ਗਿਆ, ਠੀਕ ਹੈ। ਸੋ ਇਸ ਕਰਕੇ ਹੋਣਾ ਵੀ ਨਹੀਂ ਚਾਹੀਦਾ ਹੈ ਨਾ, ਲੋਕ ਵੀ ਇਹੀ ਚਾਹੁੰਦੇ ਨੇ। ਲੋਕਾਂ ਦੇ ਜਿਹੜੇ ਤੁਸੀਂ ਗੱਲ ਕੀਤੀ ਕਿ ਈਮੇਲਸ ਆਈਆਂ ਨੇ, ਮੈਸੇਜ ਸਾਨੂੰ ਆਉਂਦੇ ਨੇ, ਲੋਕ ਫੋਨ ਕਾਲ ਕਰਕੇ ਆਪਣੀ ਰਾਏ ਸਾਂਝੀ ਕਰਦੇ ਨੇ, ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ SGPC ਦਾ ਕਿਸੇ ਵੀ ਪਾਰਟੀ ਦੇ ਨਾਲ, ਸ਼੍ਰੋਮਣੀ ਅਕਾਲੀ ਦਲ ਦੀ ਤਾਂ ਗੱਲ ਛੱਡੋ, ਜੇ ਆਮ ਆਦਮੀ ਪਾਰਟੀ ਵੀ ਆ ਕੇ ਰਾਬਤਾ ਕਰਦੀ ਹੈ ਤਾਂ ਉਹ ਵੀ ਗਲਤ ਹੈ। ਕਿਸੇ ਵੀ ਸਰਕਾਰ ਦਾ ਕਨੈਕਸ਼ਨ SGPC ਦੇ ਨਾਲ ਨਹੀਂ ਹੋਣਾ ਚਾਹੀਦਾ। SGPC ਨੂੰ ਨਿਰੋਲ ਰਹਿ ਕੇ, ਨਿਰਪੱਖ ਰਹਿ ਕੇ ਆਪਣੇ ਧਰਮ ਦੇ ਵਿੱਚ ਪ੍ਰਪੱਖ ਹੋਣਾ ਚਾਹੀਦਾ ਕਿ ਉਹ ਆਪਣੇ ਕੰਮਾਂ ਨੂੰ ਕਿਵੇਂ ਦੇਖਦੀ ਹੈ ਔਰ ਕਿਵੇਂ ਇਹਨਾਂ ਪ੍ਰਬੰਧਾਂ ਦਾ ਧਿਆਨ ਰੱਖਦੀ ਹੈ। ਤਾਂ ਬਿਲਕੁਲ ਜਸਪਾਲ, ਆਖਿਰ ਅਜਿਹਾ ਕਿਉਂ ਹੋਇਆ? ਹਾਂ ਹੀਨਾ ਜੀ, ਇਸ ਕਰਕੇ ਕਿਉਂਕਿ ਜਿੱਦਾਂ ਦਾ ਬਿਆਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਜੀ ਦਾ ਸਾਹਮਣੇ ਆਇਆ, ਕਿਉਂਕਿ ਉਹਨਾਂ ਨੇ ਸਿੱਖਾਂ ਦੀ ਪਾਰਟੀ ਕਹਿ ਕੇ ਉਹਨਾਂ ਨੇ ਕਿਹਾ ਕਿ ਸਿੱਖਾਂ ਦੀ ਪਾਰਟੀ ਨੂੰ ਜਿਤਾਇਆ ਨਹੀਂ ਗਿਆ। ਸੋ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਰੋਸ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿੱਤੀ ਨਹੀਂ, ਕਿਉਂਕਿ 1-2 ਸੀਟਾਂ ਤੇ ਯਾਰ ਕੀ ਸਿਮਟ ਕੇ ਰਹਿ ਗਈ ਹੈ ਅਕਾਲੀ ਦਲ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹਨਾਂ ਦੇ ਮਨ ਦੇ ਵਿੱਚ ਰੋਸ ਹੋਊਗਾ ਜ਼ਰੂਰ ਕਿ ਸ਼੍ਰੋਮਣੀ ਅਕਾਲੀ ਦਲ ਜਿੱਤੀ ਨਹੀਂ ਜਾਂ ਅੱਗੇ ਨਹੀਂ ਆਈ। ਸੋ ਇਸ ਕਰਕੇ ਮੇਰੇ ਹਿਸਾਬ ਦੇ ਨਾਲ ਸ਼ਾਇਦ ਇਸ ਕਰਕੇ ਪੱਖਪਾਤ ਹੋਇਆ ਹੋ ਸਕਦਾ ਹੈ। ਬਾਕੀ ਲੋਕ ਜ਼ਿਆਦਾ ਸਿਆਣੇ ਨੇ, ਇਹ ਵੀ ਰਾਏ ਜ਼ਰੂਰ ਦੇ ਦਿਓ ਕਮੈਂਟ ਦੇ ਵਿੱਚ ਕਿ ਕੀ ਕਾਰਨ ਰਹਿ ਸਕਦਾ ਹੈ। ਬਿਲਕੁਲ, ਜਿਵੇਂ ਕਿ ਜਥੇਦਾਰ ਦੇ ਵੱਲੋਂ ਬਿਆਨ ਦਿੱਤਾ ਗਿਆ ਕੁਝ ਹੀ ਸਮਾਂ ਪਹਿਲਾਂ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਪੰਜਾਬ ਦੇ ਵਿੱਚ ਨਹੀਂ ਹੈ, ਇਸ ਕਰਕੇ ਪੰਜਾਬ ਦੇ ਲੋਕਾਂ ਦਾ ਕਹਿ ਸਕਦੇ ਹਾਂ ਕਿ ਪੰਜਾਬ ਦੇ ਲੋਕ ਹੁਣ ਗਲਤ ਹੱਥਾਂ ਦੇ ਵਿੱਚ ਨੇ। ਅਜਿਹਾ ਕਹਿਣ ਦਾ ਉਹਨਾਂ ਦਾ ਮਤਲਬ ਸੀ, ਭਾਵੇਂ ਇਨਡਾਇਰੈਕਟ ਵੇ ਦੇ ਵਿੱਚ ਉਹਨਾਂ ਨੇ ਕਿਹਾ। ਤਾਂ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ? ਹਾਂ ਬਿਲਕੁਲ ਹਿਨਾ, ਇਹ ਉਹੀ ਦਰਸਾਉਂਦਾ ਹੈ ਕਿ ਕਿਤੇ ਨਾ ਕਿਤੇ ਇੱਕ ਪਾਰਟੀ ਦਾ ਪ੍ਰੈਸ਼ਰ ਹੈ ਔਰ ਬੰਦਾ ਇੱਕ ਪਾਰਟੀ ਲਈ ਹੀ ਕੰਮ ਕਰ ਰਿਹਾ, ਭਾਵੇਂ ਆਪਾਂ ਨਾ ਚਾਹੁੰਦੇ ਹੋਏ ਅਸੀਂ ਕਹੀ ਜਾਈਏ ਵੀ ਨਹੀਂ, ਜਾਂ ਤਾਂ ਪ੍ਰੈਸ਼ਰ ਹੈ ਜਾਂ ਫਿਰ ਗੁਲਕਾਂ ਦਾ ਕਹਿ ਸਕਦੇ ਹਾਂ ਕਿ ਲਾਲਚ ਹੈ। ਹਾਂ, ਤੇ ਇਹ ਦੋ ਜਿੱਦਾਂ ਮੇਰੇ ਸਹਿਯੋਗੀ ਪੱਤਰਕਾਰ ਨੇ ਕਿਹਾ, ਜਾਂ ਤਾਂ ਗੋਲਕਾਂ ਦਾ ਲਾਲਚ ਹੈ ਔਰ ਜਾਂ ਫਿਰ ਇਹ ਵੀ ਹੋ ਸਕਦਾ ਕਿ
ਵਾਕਿਆ ਹੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰੈਸ਼ਰ ਹੋਵੇ, ਕਿਉਂਕਿ ਕਿਤੇ ਨਾ ਕਿਤੇ ਪ੍ਰਧਾਨ ਉਹਨਾਂ ਦੇ ਨੇ, ਕੋਰ ਕਮੇਟੀ ਉਹਨਾਂ ਦੀ ਹੈ, ਔਰ ਜਿੱਥੋਂ ਤੱਕ ਤੁਸੀਂ ਵੀ ਜ਼ਿਆਦਾ ਵਾਕਿਫ ਹੋ ਕਿ ਅਸਲ ਦੇ ਵਿੱਚ ਹੋ ਕੀ ਰਿਹਾ ਹੈ, ਕਿਹੜੀ ਪਾਰਟੀ ਕੀ ਚਲਾ ਰਹੀ ਹੈ, ਸੋ ਕਿਤੇ ਨਾ ਕਿਤੇ ਸਭ ਕੁਝ ਸੱਚ ਨਿਕਲ ਕੇ ਉਹੀ ਸਾਹਮਣੇ ਆ ਰਿਹਾ। ਬਿਲਕੁਲ ਜਸਪਾਲ ਨੇ ਬਿਲਕੁਲ ਸਹੀ ਕਿਹਾ। ਬਾਕੀ ਅਜਿਹੇ ਜਿਹੜੇ ਸਵਾਲ ਸਾਨੂੰ ਆਏ ਸੀਗੇ ਉਸ ਤੇ ਅਸੀਂ ਵਿਚਾਰ ਚਰਚਾ ਕੀਤੀ, ਜਿਹੋ ਜਿਹੀਆਂ ਈਮੇਲਸ ਸਾਨੂੰ ਆਈਆਂ ਸੀ ਉਸ ਦੇ ਉੱਤੇ ਅਸੀਂ ਵਿਚਾਰ ਚਰਚਾ ਕੀਤੀ। ਬਾਕੀ ਸਾਡਾ ਕਿਸੇ ਵੀ ਨਿੱਜੀ ਪਾਰਟੀ ਦੇ ਨਾਲ ਕੋਈ ਵੀ ਵੈਰ ਨਹੀਂ ਹੈਗਾ, ਤੇ ਨਾ ਹੀ ਅਸੀਂ ਕਿਸੇ ਪਾਰਟੀ ਦੇ ਹੱਕ ਦੇ ਵਿੱਚ ਹੈਗੇ ਆ, ਤੇ ਨਾ ਹੀ ਅਸੀਂ SGPC ਦੇ ਵਿਰੋਧ ਦੇ ਵਿੱਚ ਹੈਗੇ ਆ, ਕਿਉਂਕਿ ਅਸੀਂ ਅੱਜ ਡਿਸਕਸ਼ਨ ਕੀਤੀ, ਵਿਚਾਰ ਚਰਚਾ ਕੀਤੀ ਸਿਰਫ ਤੇ ਸਿਰਫ ਲੋਕਾਂ ਦੇ ਵੱਲੋਂ ਜਿਹੜੇ ਸਵਾਲ ਸਾਡੇ ਕੋਲ ਰੱਖੇ ਗਏ, ਫੋਨ ਕਾਲਸ ਆਈਆਂ ਸਾਨੂੰ, ਈਮੇਲਸ ਵਗੈਰਾ ਆਉਂਦੀਆਂ ਨੇ, ਇਸ ਕਰਕੇ ਅਸੀਂ ਵਿਚਾਰ ਚਰਚਾ ਕੀਤੀ ਤਾਂ ਜੋ ਸਾਡੇ ਦਰਸ਼ਕਾਂ ਦੇ ਨਾਲ ਇਹ ਜਿਹੜੀ ਵਿਚਾਰ ਚਰਚਾ ਉਹ ਅਸੀਂ ਸਾਂਝੀ ਕਰ ਸਕੀਏ। ਤਾਂ ਜਸਪਾਲ, ਆਪਣੇ ਦਰਸ਼ਕਾਂ ਨੂੰ ਇੱਕ ਵਾਰ ਦੱਸ ਦਿਓ ਕਿ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦੇ ਹੱਥੋਂ ਜੇਕਰ SGPC ਚਲੀ ਜਾਂਦੀ ਹੈ, ਇੱਕ ਵਾਰ ਫਿਰ ਤੋਂ ਦੱਸ ਦਿਓ, ਤਾਂ ਕੀ ਪੰਜਾਬ ਦੇ ਉੱਤੇ ਕੋਈ ਅਸਰ ਪਊਗਾ, ਪੰਜਾਬ ਦੇ ਲੋਕਾਂ ਤੇ ਕੋਈ ਅਸਰ ਪਊਗਾ, ਜਾਂ ਗੁਰਦੁਆਰਾ ਸਾਹਿਬ ਜਿਹੜੇ ਨੇ ਉਹਨਾਂ ਦੇ ਉੱਤੇ ਕੋਈ ਅਸਰ ਪਊਗਾ? ਬਿਲਕੁਲ ਹਿਨਾ, ਪੰਜਾਬ ਦੇ ਅੱਧ ਤੋਂ ਵੱਧ ਲੋਕ ਜਿੰਨੇ ਅਸੀਂ ਦੇਖਦੇ ਹਾਂ ਜੋ ਸਾਨੂੰ ਰਾਏ ਭੇਜਦੇ ਨੇ, ਮੈਨੂੰ ਲੱਗਦਾ ਕਿ ਪੰਜਾਬ ਦੇ ਅੱਧ ਤੋਂ ਵੱਧ ਲੋਕ ਇਹੀ ਚਾਹੁੰਦੇ ਨੇ ਕਿ SGPC ਨੂੰ ਦੁਬਾਰਾ SGPC ਬਣਾਉਣਾ ਚਾਹੀਦਾ ਹੈ। ਉਹਦੇ ਵਿੱਚ ਚਾਹੇ ਗੱਲ ਕਰ ਲਈਏ ਪ੍ਰਧਾਨ ਹੋਣ, ਚਾਹੇ ਉਹਨਾਂ ਦੇ ਮੈਂਬਰ ਹੋਣ, ਕਹਿੰਦੇ ਨੇ ਕਿ ਉਹਨਾਂ ਦੀ ਦੁਬਾਰਾ ਚੋਣ ਹੋਣੀ ਚਾਹੀਦੀ ਆ, ਔਰ ਕਿਸੇ ਵੀ ਪਾਰਟੀ ਦੇ ਨਾਲ, ਚਾਹੇ ਉਹ ਆਮ ਆਦਮੀ ਪਾਰਟੀ ਹੀ ਕਿਉਂ ਨਾ ਹੋਵੇ, ਚਾਹੇ ਉਹ ਕਾਂਗਰਸ ਕਿਉਂ ਨਾ ਹੋਵੇ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਕਿਉਂ ਨਾ ਹੋਵੇ, ਕਿਸੇ ਵੀ ਪਾਰਟੀ ਦੇ ਨਾਲ SGPC ਦਾ ਲਿੰਕ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਫੈਸਲਾ ਲੈਣ ਦਾ ਹੱਕ ਹੋਣਾ ਚਾਹੀਦਾ, ਕਿਉਂਕਿ ਉਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਆਉਣਾ ਚਾਹੀਦਾ ਵੀ ਅਸੀਂ ਬਿਨਾਂ ਕਿਸੇ ਪ੍ਰੈਸ਼ਰ ਦੇ, ਬਿਨਾਂ ਕਿਸੇ ਦਬਾਅ ਦੇ ਅਸੀਂ ਆਪਣੇ ਧਰਮ ਦੇ ਲਈ ਫੈਸਲਾ ਲੈਣਾ, ਆਪਣੇ ਗੁਰਦੁਆਰਾ ਸਾਹਿਬ ਦੇ ਲਈ ਫੈਸਲਾ ਲੈਣਾ, ਆਪਣੇ ਜਿੰਨੇ ਵੀ ਪ੍ਰਬੰਧ ਹੈ ਉਹਨਾਂ ਦੇ ਵਾਸਤੇ ਫੈਸਲਾ ਲੈਣਾ। ਸੋ ਉਹ ਵੀ ਇੱਕ ਕਹਿ ਸਕਦੇ ਪ੍ਰੈਸ਼ਰ ਫ੍ਰੀ ਹੋ ਕੇ ਜਿਹੜਾ ਵੀ ਡਿਸੀਜ਼ਨ ਲੈਣਾ ਉਹ ਲੈ ਸਕਦੇ ਨੇ। ਹੁਣ ਹੈ ਨਾ, ਇਤਿਹਾਸ ਦੀ ਗੱਲ ਕਰ ਲਈਏ, ਪੰਜਾਬ ਦੇ ਇਤਿਹਾਸ ਕਿਤਾਬਾਂ ਦੇ ਵਿੱਚੋਂ ਖਤਮ ਕੀਤਾ ਜਾ ਰਿਹਾ, ਮਾਂ ਬੋਲੀ ਨੂੰ ਖਤਮ ਕੀਤਾ ਜਾ ਰਿਹਾ, ਕਿਉਂ ਨਹੀਂ SGPC ਅੱਗੇ ਆ ਰਹੀ? ਬਹੁਤ ਸਾਰੇ ਲੋਕਾਂ ਨੇ ਸਵਾਲ ਉਠਾਏ ਕਿ SGPC ਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ 'ਚ ਹੈ, ਠੀਕ ਹੈ, ਕਿਉਂਕਿ ਗੱਲ ਫਿਰ ਉੱਥੇ ਆ ਜਾਂਦੀ ਹੈ, ਚਾਹੇ ਉਹ ਪੰਜਾਬ ਦੇ ਇਤਿਹਾਸ ਹੋਣ, ਚਾਹੇ ਗੁਰਦੁਆਰੇ ਸਾਹਿਬ ਦੇ ਨਾਲ ਕੋਈ ਸੰਬੰਧਿਤ ਹੋਵੇ। ਸੋ SGPC ਦਾ ਕੰਮ ਹੈ ਆਪਣੇ ਇਤਿਹਾਸ ਨੂੰ ਜਿੰਦਾ ਰੱਖਣਾ, ਆਪਣੇ ਗੁਰਦੁਆਰਾ ਸਾਹਿਬ ਦੀ ਦੇਖ ਰੇਖ ਕਰਨੀ, ਪ੍ਰਬੰਧਾਂ ਦਾ ਪੂਰਾ ਧਿਆਨ ਰੱਖਣਾ। ਸੋ ਕਿਤੇ ਨਾ ਕਿਤੇ ਜਦੋਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ, ਪੰਜਾਬ ਦੇ ਇਤਿਹਾਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜਿੱਥੇ ਯੋਗਦਾਨ SGPC ਦਾ ਵੱਧ ਚੜ ਕੇ ਹੋਣਾ ਚਾਹੀਦਾ ਉੱਥੇ ਦੇਖਣ ਨੂੰ ਘੱਟ ਮਿਲਦਾ। ਇਹ ਤੁਸੀਂ ਬਹੁਤ ਸਾਰੇ ਲੋਕਾਂ ਨੇ ਕਿਹਾ ਹੋਇਆ ਕਿ ਇੱਥੇ SGPC ਦਾ ਯੋਗਦਾਨ ਨਹੀਂ ਮਿਲਿਆ, ਇੱਥੇ ਨਹੀਂ ਕੰਮ ਕਰ ਰਹੀ। ਸੋ ਇਹ ਚੀਜ਼ਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚੀਜ਼ਾਂ ਤੇ ਗੌਰ ਦਿੱਤਾ ਜਾਊਗਾ, ਮੁੜ ਬਹਾਲ ਹੋਊਗਾ ਆਪਣਾ ਇਤਿਹਾਸ, ਦੁਬਾਰਾ ਕਿਤਾਬਾਂ ਦੇ ਵਿੱਚ ਸਿਰਜਿਆ ਜਾਊਗਾ ਸਹੀ ਢੰਗ ਦੇ ਨਾਲ। ਸੋ ਕਿਤੇ ਨਾ ਕਿਤੇ ਇਹ ਵਧੀਆ ਫੈਸਲਾ ਹੋਵੇਗਾ ਤੇ ਵਾਕਿਆ ਹੀ ਪੰਜਾਬ ਦੇ ਲਈ, ਪੰਜਾਬ ਦੇ ਲੋਕਾਂ ਦੇ ਲਈ ਤੇ ਪੰਜਾਬ ਦੇ ਸਿੱਖ ਇਤਿਹਾਸ ਦੇ ਲਈ ਬਹੁਤ ਵਧੀਆ ਫੈਸਲਾ ਹੋਊਗਾ ਤੇ ਕੰਮ ਵੀ ਕਰੂਗਾ। ਬਿਲਕੁਲ, ਅਸੀਂ ਵੀ ਇਹੀ ਆਸ ਕਰਦੇ ਹਾਂ ਕਿ SGPC ਨੂੰ ਜਿਸ ਵਾਸਤੇ ਬਣਾਇਆ ਗਿਆ, ਜਿਸ ਵਾਸਤੇ ਸਿਰਜਣਾ ਹੋਈ ਹੈ, ਉਹੀਓ ਕੰਮ ਜਿਹੜੇ ਨੇ ਉਹ SGPC ਦੇ ਵੱਲੋਂ ਕੀਤੇ ਜਾਣ, ਕਿਸੇ ਵੀ ਨਿੱਜੀ ਪਾਰਟੀ ਦੇ ਵੱਲ ਉਹਨਾਂ ਦਾ ਝੁਕਾਅ ਨਾ ਹੋਵੇ। ਬਾਕੀ ਤੁਹਾਡੀ ਸਾਡੇ ਵਿਚਾਰ ਚਰਚਾ ਬਾਰੇ ਕੀ ਰਾਏ ਹੈ, SGPC ਬਾਰੇ ਕੀ ਰਾਏ ਹੈ, ਤੇ ਇਸ ਦੇ ਨਾਲ ਹੀ ਜਿਹੜਾ ਪੱਖਪਾਤ ਭਗਵੰਤ ਮਾਨ ਦੇ ਨਾਲ ਦਰਬਾਰ ਸਾਹਿਬ ਦੇ ਵਿੱਚ ਹੋਇਆ, ਰਾਹੁਲ ਗਾਂਧੀ ਦੇ ਨਾਲ ਹੋਇਆ, ਉਸ ਬਾਰੇ ਕੀ ਤੁਹਾਡੀ ਰਾਏ ਹੈ, ਕਮੈਂਟ ਕਰਕੇ ਜ਼ਰੂਰ ਦੱਸਣਾ ਆਪਣੀ ਰਾਏ, ਕਿਉਂਕਿ ਤੁਹਾਡੀ ਰਾਏ ਸਾਡੇ ਲਈ ਬੇहद ਹੀ ਅਹਿਮ ਹੈ। ਫਿਰ ਮਿਲਾਂਗੇ, ਹਾਜ਼ਰ ਹੋਵਾਂਗੇ, ਤਦ ਲਈ ਸਾਨੂੰ ਦਿਓ ਇਜਾਜ਼ਤ। ਔਰ ਇੱਕ ਚੀਜ਼ ਹੋਰ, ਤੁਸੀਂ ਆਪਣੇ ਕਮੈਂਟ ਦੇ ਜ਼ਰੀਏ ਹੋਰ ਵੀ ਰਾਏ ਦੇ ਸਕਦੇ ਹੋ ਕਿ ਅਗਲੀ ਵਿਚਾਰ ਚਰਚਾ ਕਿਸ ਮੁੱਦੇ ਤੇ ਕੀਤੀ ਜਾਵੇ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ, ਨੀਚੇ ਅਸੀਂ ਈਮੇਲ ਆਪਣੀ ਮੈਂਸ਼ਨ ਵੀ ਕਰ ਦੇਵਾਂਗੇ, ਔਰ ਜਾਂ ਫਿਰ ਤੁਸੀਂ ਸਾਡੇ ਨੰਬਰ ਦੇ ਜ਼ਰੀਏ ਸਾਨੂੰ WhatsApp ਵੀ ਕਰ ਸਕਦੇ ਹੋ, ਆਪਣੀ ਕਮੈਂਟ ਦੇ ਵਿੱਚ ਰਾਏ ਵੀ ਛੱਡ ਸਕਦੇ ਹੋ ਕਿ ਕਿਹੜੇ ਮੁੱਦੇ ਦੇ ਉੱਪਰ ਅਗਲੀ ਜਿਹੜੀ ਹੈ ਵਿਚਾਰ ਚਰਚਾ ਕੀਤੀ ਜਾਵੇ। ਬਾਬਾ ਆਲਮ ਸ਼ਾਹ ਬੰਗਾਲੀ, WhatsApp now 9878678679। ਲਵ ਮੈਰਿਜ ब्रेकअप सॉल्यूशन, लॉटरी नंबर, खोया प्यार वापस पाओ, पति पत्नी च झगड़ा, प्यार तो धोखा, तलाक केस, जमीनी झगड़ा, विदेश यात्रा, गुप्त वशीकरण करवाओ, दुश्मन सोतन खात्मा, मुठ करनी कारोबार बंदिया, घरेलू क्लेश, खबरदार काले इलम नाल मौत पक्की, साडे तो पहला हल करन वाले नूं 1 करोड़ रुपए दा इनाम, 24/7 ओपन चैलेंज, समस्या कोई भी होवे 100% गारंटी नाल जड़ तो खत्म, इमीडिएटली 101% रिजल्ट्स,
101 ਸਾਲਾਂ ਤੋਂ ਖਾਨਦਾਨੀ ਬਾਬਾ, ਗਰੰਟੀ ਅਸਬਾਨ ਪੇਪਰ ਤੇ ਲਿਖ ਕੇ 24/7 ਓਪਨ ਚੈਲੰਜ। ਮੇਰੇ ਕੀਤੇ ਨੂੰ ਮੇਰੇ ਸਿਵਾ ਕੋਈ ਨਹੀਂ ਕੱਟ ਸਕਦਾ। ਸਪੈਸ਼ਲਿਸਟ ਲੋਟਰੀ, ਸੱਟੇ ਦਾ ਨੰਬਰ, ਮਹਾਵਸ਼ੀਕਰਨ, ਇਮੀਡੀਏਟਲੀ 101% ਰਿਜ਼ਲਟਸ। ਮਨਚਾਹਾ ਵਿਆਹ, ਪਿਆਰ ਪਾਓ, ਕੋਰਟ ਕਚਹਿਰੀ, ਮੁਕੱਦਮਾ। ਅਨਪੜ੍ਹ ਤੇ ਛੋਟੀ ਉਮਰ ਦੇ ਚੇਲਿਆਂ ਤੋਂ ਬਚੋ। ਅੱਜ ਹੀ ਸੰਪਰਕ ਕਰੋ ਬਾਬਾ ਆਲਮ ਸ਼ਾਹ ਜੀ ਨੂੰ। Call now 9878678679।